ਅੱਜ सांसद गुरजीत सिंह औजला दाणा मंडी भगतां वाले पहुंचे ने कद वास्ते पहुंचे ने की मकसद लैके पहुंचे ने गलबात करांगे सर की अज आने का जिहड़ा मेन मकसद की है मंडी च ਮੰਡੀ 'ਚ ਆ ਕੇ ਜ਼ਿਮੀਂਦਾਰਾਂ ਦੀਆਂ ਮੁਸ਼ਕਲਾਂ ਨੂੰ ਸੁਣਨਾ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਨੂੰ ਸੁਣਨਾ ਤੇ ਜਿਹੜਾ ਮੰਡੀਕਰਨ ਦਾ ਸਿਸਟਮ ਹੈ ਉਹਨੂੰ ਐਕਟਿਵ ਕਰਨਾ ਵੀ ਕੋਈ ਦਿੱਕਤ ਨਾ ਇਹਨਾਂ ਨੂੰ ਆਵੇ। ਸੋ ਇਸ ਕਰਕੇ ਅੱਜ ਮੰਡੀ 'ਚ ਆਏ ਆ। ਪੱਲੇਦਾਰ ਯੂਨੀਅਨ ਹੈ, ਦੂਸਰੇ ਜਿਹੜੇ ਲੋਕ ਇਹਦੇ ਨਾਲ ਹੋਰ ਕਿੱਤੇ ਜੁੜੇ ਨੇ, ਉਹਨਾਂ ਸਾਰਿਆਂ ਦੀ ਗੱਲ ਸੁਣਨੀ ਤੇ ਸਾਰਿਆਂ ਨੂੰ ਕੋਈ ਮੁਸ਼ਕਲ ਨਾ ਆਵੇ ਜਿੰਨਾ ਚਿਰ ਮੰਡੀ ਦਾ ਸੀਜ਼ਨ ਚੱਲਣਾ ਹੈ। ਇਸ ਵਾਰ ਗੱਲ ਕੀਤੀ ਤੁਸੀਂ ਕੋਈ ਧਿਆਨ 'ਚ ਮੁਸ਼ਕਲਾਂ ਆਈਆਂ ਨੇ? ਉਹਦੇ ਧਿਆਨ 'ਚ ਮੁਸ਼ਕਲ ਇਹ ਗੱਲ ਦੀ ਸਭ ਤੋਂ ਵੱਡੀ ਜਿਹੜੀ ਹੈ ਕਿ ਮੋਇਸਚਰ ਜਿਹੜਾ ਵਾ 17 ਜਿਹੜਾ ਵਾ ਝੋਨੇ ਦਾ ਜਿਹੜੀ ਸਰਕਾਰ ਰਿਕਮੈਂਡ ਕਰਦੀ ਹੈ, ਸਰਕਾਰੀ ਏਜੰਸੀਆਂ ਕਰਦੀਆਂ ਕਿ 17 ਮੋਇਸਚਰ ਹੋਵੇ ਤਾਂ ਝੋਨਾ ਚੌਲ ਠੀਕ ਬਣਦੇ, ਉਹਨਾਂ ਲਈ ਖਰੀਦਣਾ ਲਾਹੇਵੰਦ ਹੈ। ਹੁਣ ਜ਼ਿਮੀਂਦਾਰ ਜਿਹੜਾ ਆ ਕਿਉਂਕਿ ਮਸ਼ੀਨਾਂ ਦਾ ਪ੍ਰਬੰਧ ਅੱਜ ਕੱਲ੍ਹ ਮਸ਼ੀਨਾਂ ਨਾਲ ਕਟਾਈ ਹੁੰਦੀ, ਲੇਬਰ ਦੂਜੀ ਤੇ ਹੈ ਨਹੀਂ ਜਿਹੜੀ ਝਾੜਦੀ ਸੀ ਝੋਨਾ। ਹੁਣ ਜ਼ਿਮੀਂਦਾਰ ਪਿੰਡ 'ਚ ਆਈ ਮਸ਼ੀਨ ਨੂੰ ਵੇਖ ਕੇ ਇਕੱਠਾ ਹੀ ਉਹ ਵਢਾਈ ਕਰ ਲੈਂਦੇ, ਕਿਤੇ ਉਹ ਹਰਿਆ ਝੋਨਾ ਵੀ ਵਿੱਚ ਆ ਜਾਂਦਾ ਥੋੜ੍ਹਾ ਬਹੁਤਾ। ਉਹਦੇ ਨਾਲ ਮੋਇਸਚਰ 21, 22, 23 ਜਦੋਂ ਆਉਂਦਾ ਹੈ ਤੇ ਇੱਥੇ ਆ ਕੇ ਮੁਸ਼ਕਲ ਦਾ ਸਾਹਮਣਾ ਇਹ ਕਰਨਾ ਪੈਂਦਾ ਕਿ ਜ਼ਿਮੀਂਦਾਰ ਚਾਹੁੰਦਾ ਮੇਰੀ ਢੇਰੀ ਵਿਕ ਜੇ। ਹੁਣ ਉਹ ਢੇਰੀ ਇਸ ਕਰਕੇ ਨਹੀਂ ਲੈ ਸਕਦੇ ਕਿ ਜੇ ਉਹ ਢੇਰੀ ਖਰੀਦਦੇ ਨੇ ਉਹਦੇ ਨਾਲ ਬਾਕੀ ਚੌਲ ਵੀ ਜਿਹੜਾ ਉਹ ਖਰਾਬ ਹੋ ਜਾਂਦਾ, ਜਿਹੜਾ ਦੂਜਾ ਵੀ ਹੈ, ਕਿਉਂਕਿ ਸੇਕ ਮਾਰ ਜਾਂਦਾ ਨਾ ਜਦੋਂ ਪਿਆ ਰਹਿਣਾ। ਸੋ ਉਹਨਾਂ ਨੂੰ ਇਹ ਰਿਕੁਐਸਟ ਮੈਂ ਜ਼ਿਮੀਂਦਾਰਾਂ ਨੂੰ ਕੀਤੀ ਕਿ ਥੋੜ੍ਹੀ ਜਿਹੀ ਮੇਰੇ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਰਿਕੁਐਸਟ ਕਰਨਾ ਚਾਹੂੰਗਾ ਕਿ ਜਿੱਥੇ ਇੰਨਾ ਚਿਰ ਤੁਸੀਂ ਵੇਟ ਕਰਦੇ ਜੀ ਉੱਥੇ 4-5 ਦਿਨ ਹੋਰ ਪੈਲੀ 'ਚ ਪਕਾ ਕੇ ਉਹਨੂੰ ਲਿਆਓਗੇ ਤੇ ਤੁਹਾਡਾ ਇੱਥੇ ਮਾਹੌਲ ਠੀਕ ਹੋ ਜਾਏਗਾ। ਜੇ 18-19 ਮੋਇਸਚਰ ਆ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਮਾਰਕੀਟ ਕਮੇਟੀ ਵਾਲਿਆਂ ਨੂੰ ਕਿ ਉੱਥੇ ਆੜ੍ਹਤੀ ਸਾਹਿਬਾਨ ਨੂੰ ਵੀ ਰਿਕੁਐਸਟ ਕੀਤੀ ਹੈ, ਪ੍ਰਧਾਨ ਜੀ ਨੂੰ, ਚੇਅਰਮੈਨ ਜਿਹੜੇ ਆਪਣਾ ਨੇ ਸ਼ੀਨਾ ਸਾਹਿਬ, ਕਿ ਤੁਸੀਂ ਇਹਨਾਂ ਨੂੰ ਕਹੋ ਆੜ੍ਹਤੀ ਸਾਹਿਬਾਨ ਨੂੰ ਕਿ ਸਵੇਰੇ ਇਹਨੂੰ ਥੋੜ੍ਹਾ ਜਿਹਾ ਫੋਲ ਦਿਆ ਕਰਨ ਧੁੱਪ 'ਚ, ਉਹ ਥੋੜ੍ਹੀ ਜੀ ਨਵੀਂ ਜਿਹੜੀ ਆ ਉਹ ਠੀਕ ਹੋ ਜੂਗੀ। ਇੱਕ ਬੜੀ ਵੱਡੀ ਦਿੱਕਤ ਦੇਖਣ ਨੂੰ ਮਿਲੀ ਹੈ ਜਦੋਂ ਇੱਥੇ ਲੋਕ ਕਿਸਾਨ ਜਿੰਸ ਲੈ ਕੇ ਪਹੁੰਚਦੇ ਨੇ ਤੇ ਟ੍ਰੈਫਿਕ ਦੀ ਬੜੀ ਦਿੱਕਤ ਆਈ ਨਹੀਂ, 5-5 ਕਿਲੋਮੀਟਰ 6-6 ਕਿਲੋਮੀਟਰ ਜਾਮ ਲੱਗ ਜਾਂਦੇ ਨੇ। ਉਸ ਤੋਂ ਬਾਅਦ ਜੇ ਇੱਥੇ ਕਿਤੇ ਫਾਟਕ ਬੰਦ ਹੋਵੇ ਤਾਂ ਹੋਰ ਦਿੱਕਤ ਹੁੰਦੀ ਹੈ। ਬਹੁਤ ਵੱਡੀ ਦਿੱਕਤ ਹੈ, ਪੁਰਾਣੀ ਦਿੱਕਤ ਚੱਲ ਰਹੀ ਆ ਰਹੀ ਹੈ ਔਰ ਇੱਥੇ ਮੈਂ ਹੁਣ ਕੰਮ ਕਰ ਰਿਹਾ। ਇਹ ਫਾਟਕ ਜਲਦੀ ਅਸੀਂ ਇੱਥੇ ਇੱਕ ਬਣਵਾ ਕੇ ਦੇਣਾ ਹੈ ਮੰਡੀ ਨੂੰ ਕਿ ਜਿਹੜਾ ਮੰਡੀ ਦੀ ਰੇਲਵੇ ਲਾਈਨ ਦੇ ਉੱਤੋਂ ਦੀ ਕ੍ਰਾਸ ਹੋਏਗਾ। ਔਰ ਹਾਂਜੀ ਅੱਜ ਰੇਲਵੇ ਓਵਰ ਬ੍ਰਿਜ ਇੱਥੇ ਇੱਕ ਝਬਾਰ ਰੋਡ ਤੇ ਇੱਕ ਢਬਈ ਰੋਡ ਤੇ 3 ਰਹਿੰਦੇ ਨੇ। ਇਹ ਪ੍ਰੋਸੈਸ 'ਚ ਨੇ। ਇਹਦੇ 'ਚ ਹੁਣ ਕੰਮ ਇਹ ਇਸ ਗੱਲ ਦਾ ਕਿ ਕੋਈ ਸਰਕਾਰ ਨੇ ਕੁਝ ਪੈਸੇ ਪਾਉਣੇ ਨੇ ਸਟੇਟ ਗੌਰਮੈਂਟ ਤੋਂ, ਉਹਨਾਂ ਨੂੰ ਰਿਕੁਐਸਟ ਕੀਤੀ ਹੈ। ਫੰਡਾਂ ਦੀ ਕਮੀ ਹੋਣ ਕਰਕੇ ਮੇਰਾ ਖਿਆਲ ਹੈ ਵੀ ਜਲਦੀ ਹੈ ਤੇ ਸੀਜ਼ਨ ਤੋਂ ਬਾਅਦ ਫੰਡ ਥੋੜ੍ਹੇ ਆਉਣਗੇ ਤੇ ਉਹ ਇਹ ਆਪਣਾ ਸ਼ੇਅਰ ਪਾਉਣਗੇ ਤੇ ਅਸੀਂ ਜਲਦੀ ਇਹਨੂੰ ਇੱਕ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਨਾਲ ਦੀ ਨਾਲ ਨਾਲੇ ਦੇ ਨਾਲ ਰੋਡ ਜਾਂਦੀ ਝਬਾਰ ਰੋਡ ਨੂੰ ਕੱਚਾ, ਇੱਕ ਉਹਨੂੰ ਪੱਕਾ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਕੋਈ ਜ਼ਿਮੀਂਦਾਰਾਂ ਨੇ ਡੰਪ ਦੇ ਨਾਲ ਰੋਡ ਦਿੱਤੀ ਤਰਨਤਾਰਨ ਰੋਡ ਨੂੰ ਜਾਂਦੀ ਹੈ ਕਿ ਉਹ ਸਾਡੀ ਜ਼ਮੀਨ ਦੇ ਵਿੱਚੋਂ ਦੀ ਤੁਸੀਂ ਰੋਡ ਕੱਢ ਲਈ, ਇੱਕ ਉਹਦੀ ਅਸੀਂ ਕੋਸ਼ਿਸ਼ ਕਰ ਰਹੇ ਕਿ ਉਹ ਬਣ ਜੇ। ਇੱਕ ਇਬਨ ਪਿੰਡ ਦੇ ਵੱਲ ਨਹਿਰ ਦੇ ਉੱਤੋਂ ਦੀ ਪੁਲ ਬਣ ਜੇ ਨਾ ਜੇ ਸਾਡਾ, ਫਿਰ ਮੂਲੇ ਚੱਕ ਤੋਂ ਉਧਰ ਨੂੰ ਅਸੀਂ ਸਿੱਧੇ ਨਿਕਲ ਜਾਣੇ। ਜਦੋਂ 3 ਰਸਤੇ ਬਾਹਰ ਬਣ ਜਾਣਗੇ ਜ਼ਿਮੀਂਦਾਰ ਖੁਦ ਨਹੀਂ ਆਉਣਾ ਚਾਹੁੰਦਾ ਟ੍ਰੈਫਿਕ ਦੇ, ਕਿਉਂਕਿ ਉਹਨੂੰ ਘੰਟਾ ਉਹਦਾ ਟਰੈਕਟਰ ਸਟਾਰਟ ਰਹਿੰਦਾ ਹੈ, ਉਹਦਾ 8-8 ਲੀਟਰ ਡੀਜ਼ਲ ਉਹਦਾ ਫੁੱਕਦਾ ਹੈ। ਉਹ ਵੀ ਨਹੀਂ ਚਾਹੁੰਦਾ ਕਿ 700-800 ਹਜ਼ਾਰ ਦਾ ਮੈਂ ਡੀਜ਼ਲ ਫਾਲਤੂ ਫੂਕਾਂ, ਉਹ ਵੀ ਚਾਹੁੰਦਾ ਕਿ ਮੈਂ ਆਰਾਮ ਨਾਲ ਬਾਹਰੋਂ ਬਾਹਰ ਆਵਾਂ ਤੇ ਬਾਹਰੋਂ ਬਾਹਰ ਜਾਵਾਂ। ਸੋ ਮੁਸ਼ਕਲ ਹੈਗੀ ਆ, ਹੱਲ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਆਸ ਆ ਕਿ ਆਉਂਦੇ ਸੀਜ਼ਨ ਤੱਕ ਕੋਈ ਨਾ ਕੋਈ ਇਹਨਾਂ 'ਚੋਂ ਅੱਧਾ ਪਚੱਧਾ ਦੋਵਾਂ ਰੋਡ ਦਾ ਕੋਈ ਨਾ ਕੋਈ ਹੱਲ ਕੱਢਿਆ ਹੋਊਗਾ। ਜਿਸ ਤਰੀਕੇ ਨਾਲ ਸ਼ੈੱਡ ਜਿੱਥੇ ਤੁਸੀਂ ਬੈਠੇ ਜਾਂ ਦੇਖੋ ਆ ਥੱਲੇ ਫਰਸ਼ ਦੇਖੋ ਸਾਰੇ ਪਏ ਨੇ, ਇੱਥੇ ਚੂਹੇ ਸੀ, ਬੁਰਾ ਹਾਲ ਸੀ। ਜਦੋਂ 17 'ਚ ਮੈਂ ਆ ਕੇ ਇੱਥੇ ਬਣਿਆ ਫਸਟ ਟਾਈਮ ਮੈਂ ਵਿਜ਼ਿਟ ਕੀਤਾ ਸੀ, ਇੱਥੇ ਮੱਕੀ ਤਰਦੀ ਸੀ, ਮੈਨੂੰ ਪਤਾ ਨਹੀਂ, ਮੈਂ ਜਹਾਜ਼ ਦੇ ਉੱਤੋਂ ਦੇਖਿਆ ਸੀ ਕਿ ਮੱਕੀ, ਮੈਂ ਕਿਹਾ ਪੀਲਾ ਕੀ ਇੱਥੇ ਖਿਲਰਿਆ ਪਿਆ ਮੰਡੀ 'ਚ, ਕਿਉਂਕਿ ਅਸੀਂ ਮਾਨਸਿਕ ਤੌਰ 'ਤੇ ਸਾਨੂੰ ਪਤਾ ਹੁੰਦਾ ਵੀ ਇੱਥੇ ਕਿਉਂਕਿ ਹਰਿਮੰਦਰ ਸਾਹਿਬ ਤੋਂ ਚੈੱਕ ਕਰ ਲਈਦਾ ਵੀ ਆਹ ਕੀ ਹੈ, ਇੱਥੇ ਮੰਡੀ ਆ, ਇੱਥੇ ਆਹ। ਸੋ ਜਦੋਂ ਮੈਂ ਆ ਕੇ ਵੇਖਿਆ ਕਿ ਮੱਕੀ ਦੇ ਪਾਣੀ 'ਚ ਤਰਨ ਲਈ, ਫਿਰ ਉਦੋਂ ਤਾਂ ਅਸੀਂ ਸ਼ੁਰੂ ਕੀਤਾ ਸੀ। ਅੱਜ ਅਸੀਂ ਇਸ ਗੱਲ ਲਈ ਕੈਪਟਨ ਸਾਹਿਬ ਦਾ ਧੰਨਵਾਦ ਹੈ ਔਰ ਇਹ ਆੜ੍ਹਤੀ ਐਸੋਸੀਏਸ਼ਨ ਔਰ ਪੱਲੇਦਾਰ ਐਸੋਸੀਏਸ਼ਨ ਨੇ ਵੀ ਧੰਨਵਾਦ ਕੀਤਾ ਕਿ ਉਹਨਾਂ ਨੇ 18 ਕਰੋੜ ਰੁਪਈਆ ਕਰੀਬ ਲਾ ਕੇ ਮੰਡੀ ਦੇ ਫਰਸ਼ ਤੇ ਉੱਤੋਂ ਸਾਰਾ ਜਿਹੜਾ ਇਹਦੀ ਰਿਪੇਅਰ ਜਿਹੜੀ ਆ ਉਹ ਪੂਰਨ ਕਰਾਈ ਹੈ। ਤੁਸੀਂ ਬੜੀ ਵੱਡੀ ਗੱਲ ਕੀਤੀ ਹੈ ਬਈ ਜ਼ਿਮੀਂਦਾਰ ਦਾ ਜਾਂ ਕਿਸਾਨ ਦਾ ਤੇਲ ਫੁੱਕਦਾ ਨਹੀਂ ਹੈ ਅੱਜ, ਪਰ ਸੈਂਟਰ ਸਰਕਾਰ ਤਾਂ ਕੁਝ ਹੋਰ ਹੀ ਸੋਚੀ ਫਿਰਦੀ ਹੈ। ਉਹ ਕਹਿੰਦੀ ਜਿੱਥੇ ਮਰਜ਼ੀ ਲਾਇਓ ਜਿੰਸ ਆਪਣੀ ਓਪਨ ਮਾਰਕੀਟ ਕਰਤੀ, ਉਹਦੇ ਬਾਰੇ ਕੀ ਕਹੋਗੇ? ਹਾਂ, ਜੇ ਜ਼ਿਮੀਂਦਾਰ ਨੂੰ ਇੱਥੇ 2000 ਰੁਪਏ ਮਿਲਦਾ ਤੇ ਜੇ ਜ਼ਿਮੀਂਦਾਰ ਨੂੰ 4000 ਮਿਲੂਗਾ ਤੇ ਫਿਰ ਹੀ ਖੜੂਗਾ ਨਾ ਜ਼ਿਮੀਂਦਾਰ। ਦੂਜੀ ਗੱਲ, ਜਿਹੜਾ ਜ਼ਿਮੀਂਦਾਰ 2 ਜਾਂ 5 ਕਿੱਲੇ ਵਾਲਾ, ਕੀ ਉਹਦੇ ਕੋਈ ਇੰਨੀ ਕਿਫਾਇਤ ਹੈਗੀ ਹੈ ਕਿ ਬਾਹਰ ਜਾ ਕੇ ਉੱਥੇ ਵੇਚੇ ਪ੍ਰਾਈਵੇਟ ਬੰਦੇ ਕੋਲ? ਅਗਲੇ ਬੰਨੇ ਪ੍ਰਾਈਵੇਟ ਬੰਦਾ ਕਹੇ ਜੀ ਮੈਂ ਤੇ ਅੱਜ ਖਰੀਦਣਾ ਨਹੀਂਗਾ, ਮੇਰਾ ਤਾਂ ਖਾਤਾ ਪੂਰਾ ਹੋ ਗਿਆ, ਤੇ ਜ਼ਿਮੀਂਦਾਰ ਬੰਦਾ ਕਿਤੇ ਸੁੱਟ ਕੇ ਆਊਗਾ? ਇੱਥੇ ਤੇ ਇਹਦੀ ਕੋਈ ਪ੍ਰੋਟੈਕਸ਼ਨ ਹੈ, ਇੱਕ ਆੜ੍ਹਤੀ ਦੀ ਪ੍ਰੋਟੈਕਸ਼ਨ ਹੈ, ਇੱਕ ਲੋਕਲ ਗੌਰਮੈਂਟ ਜਿਹੜੀ ਹੈ ਜਿਵੇਂ DC ਡਿਪਟੀ ਕਮਿਸ਼ਨਰ ਉਹਦੇ ਅੰਡਰ ਨੇ, ਸਾਰੇ ਕਾਨੂੰਨ ਨੇ, ਲਾਇਸੈਂਸ ਨੇ, ਵੀ ਜੇ ਕੋਈ ਨਿੱਕੀ ਕਰਦਾ ਹੈ, ਕੋਈ ਸ਼ਿਕਾਇਤ ਕਰਦੇ ਆ ਤੇ ਕੋਈ ਨਾ ਕੋਈ ਉਹਨਾਂ 'ਤੇ ਕਾਰਵਾਈ ਕਰਨ ਵਾਲੇ ਅਸੀਂ ਬਣਦੇ ਹਾਂ। ਪਰ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਤੁਸੀਂ ਕਰ ਸਕਦੇ। ਕਾਨੂੰਨ ਇਹ ਆਂਦਾ ਕਿ SDM ਤੋਂ ਬਾਅਦ ਤੁਸੀਂ DC ਨੂੰ ਦਰਖਾਸਤ ਦੇਣੀ ਆ, ਉਹ ਵੀ ਜੇ ਫੈਸਲਾ ਲੈਂਦਾ ਤੁਸੀਂ ਕੋਰਟ 'ਚ ਵੀ ਨਹੀਂ ਜਾ ਸਕਦੇ, ਤੇ ਜਾ ਕੇ ਜੁਆਇੰਟ ਸੈਕਟਰੀ ਨੂੰ ਦਰਖਾਸਤ ਦੇਣੀ ਆ ਦਿੱਲੀ 'ਚ। ਹੁਣ ਕਿਹੜਾ ਜ਼ਿਮੀਂਦਾਰ ਇੱਥੇ ਹੈਗਾ ਜਿਹੜਾ ਦਿੱਲੀ ਦੀ ਟਿਕਟਾਂ ਲੈ ਕੇ ਜਾਊਗਾ ਕਿ ਮੈਨੂੰ ਇਹਨੇ ਮੇਰੇ ਨਾਲ ਐਗਰੀਮੈਂਟ ਕੀਤਾ ਸੀ ਉਹ ਪੂਰਾ ਨਹੀਂ ਉਤਰਿਆ? ਫਸਲ ਕਈ ਵਾਰੀ ਵੱਧ ਹੋ ਜਾਂਦੀ। ਹੁੰਦਾ ਕੀ ਹੈ, ਜਿਹੜਾ ਜ਼ਿਮੀਂਦਾਰ ਆ ਇਹ ਡਿਪੈਂਡ ਹੈ ਕੁਦਰਤ ਤੇ, ਜਿੱਥੇ ਇਹਦੀ ਮਿਹਨਤ ਆ ਉੱਥੇ ਕਲਾਈਮੇਟ ਦਾ ਬੜਾ ਵੱਡਾ ਇੱਕ ਰੋਲ ਹੈ ਇਹਦੇ 'ਚ। ਜੇ ਬਰਸਾਤਾਂ ਟਾਈਮ ਨਾਲ ਆ ਗਈਆਂ
ਤੇ ਫਸਲ ਧੁੱਪ ਧੱਪ ਚੰਗੀ ਲੱਗ ਗਈ, ਜ਼ਿਮੀਂਦਾਰ ਨੇ ਮਿਹਨਤ ਚੰਗੀ ਕੀਤੀ ਹੋਈ ਤੇ ਫਸਲ ਹੋ ਜਾਂਦੀ ਦੂਣੀ। ਜਿੱਦਾਂ ਐਤਕੀ 1509 ਪੱਤਲ ਪੈ ਗਈ, ਸਾਰੇ ਇਹੀ ਗੱਲ ਕਹਿ ਰਹੇ ਸੀ ਐਤਕੀ ਜ਼ਿਮੀਂਦਾਰ ਰੁਲ ਗਿਆ ਜਿਹਨੇ 1509 ਲਾਈ। ਕਿੱਥੇ ਜ਼ਿਮੀਂਦਾਰ ਉਹ 'ਚ ਲੱਖ ਲੱਖ ਰੁਪਏ ਦੀ ਵੀ ਕੱਢਦਾ ਸੀ, 80,000 70,000 ਦੀ ਆਮ ਆਉਂਦੀ ਸੀ। ਐਤਕੀ ਇੱਕ ਤੋਂ 10 ਕੁਇੰਟਲ 8 ਕੁਇੰਟਲ ਜ਼ਿਮੀਂਦਾਰ ਦੀ ਨਿਕਲੀ। ਹੁਣ ਇਹ ਜਿਹੜਾ ਫਰਕ ਆ ਇਹ ਕਿਹੜਾ ਪੂਰਾ ਕਰਕੇ ਦਊਗਾ? ਹੁਣ ਜੇ ਉਧਰੋਂ ਜਿਹੜੇ ਪ੍ਰਾਈਵੇਟ ਪਲੇਅਰ ਆਉਂਦੇ ਸੀ ਉਹਨਾਂ ਵੀ ਚੁੱਪ ਕਰਕੇ ਗੁੰਮ ਹੋ ਗਏ। ਉਹਨਾਂ ਵੀ ਜ਼ਿਮੀਂਦਾਰ ਦੀ ਜਿੱਥੇ 3-3 ਹਜ਼ਾਰ ਰੁਪਏ ਵਿਕਦੀ ਉੱਥੇ 1500 1600 1700 ਰੁਪਏ ਵਿਕੀ। ਆਫਟਰ ਆਲ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕੌਣ ਦੇਖੂਗਾ? ਜੇ ਕਿਸਾਨ ਤੇ ਜ਼ਿਮੀਂਦਾਰ ਇੰਨਾ ਕੁ ਔਖਾ ਹੋ ਗਿਆ ਕਿ ਉਹ ਵਿਮੁਖ ਨਹੀਂ ਹੋ ਜਾਊਗਾ ਕਿਸਾਨੀ ਤੋਂ, ਫਸਲ ਉਗਾਉਣ ਵਾਲੇ ਪਾਸੇ ਜਾਊਗਾ ਨਹੀਂ, ਫਿਰ ਪਿੱਛੇ ਹੋ ਜਾਊਗਾ ਜੋ ਹਾਲਾਤ ਬਣਾਤੇ ਸਰਕਾਰ ਨੇ। ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਾਂ, ਖੇਤੀ ਤੋਂ ਬੇਮੁਖ ਨਾ ਤੇ ਉਹ ਹੋਵੇ ਤੇ ਨਾ ਇਹਨਾਂ ਦਾ ਗੁਜ਼ਾਰਾ ਖੇਤੀ ਤੋਂ ਹੋਵੇ। ਇਹ ਜ਼ਿਮੀਂਦਾਰ ਇੱਕ ਫੈਸਲਾ ਕਰ ਲੇ ਵੀ ਅਸੀਂ ਨਹੀਂ ਬੀਜਣਾ ਇੱਕ ਸਾਲ ਕੁਝ ਵੀ, ਇਹਨਾਂ ਨੂੰ ਕਹੋ ਜਾਓ ਆਪਣਾ ਗੁਜ਼ਾਰਾ ਕਰਕੇ ਵਿਖਾਓ। ਇਹ ਦੋਵਾਂ ਗੱਲਾਂ ਦੀ ਆਪਣੀ ਫਸਲ ਬੀਜ ਕੇ ਚਾਹੁੰਦੀ ਕੋਈ ਵੀ ਐਤਕੀ ਬੰਦ ਹੀ ਰਹੂਗਾ, ਐਤਕੀ ਵੇਖਾਂਗੇ ਨਾ ਹੀ ਕਿਤੇ ਬਾਹਰ ਜਾਣਾ, ਨਾ ਹੀ ਤੇਲ ਪਾਉਣਾ, ਨਾ ਕੁਝ ਕਰਨਾ ਹੈ। ਇਹਨਾਂ ਨੂੰ ਲੱਗ ਪਤਾ ਜਾਵੇ ਸਾਡੀ 60-70% ਇਕਨੋਮੀ ਜ਼ਿਮੀਂਦਾਰੀ ਦੇ ਸਿਰ ਤੇ ਘੁੰਮਦੀ ਹੈ। ਅੱਜ ਪੰਜਾਬ ਸੈਂਟਰ ਸਰਕਾਰ ਕਿਉਂ ਨਹੀਂ ਸਮਝ ਪਾ ਰਹੀ ਇਹ ਚੀਜ਼ ਨੂੰ? ਗੱਲ ਮੇਰੀ ਸੁਣੋ ਨਾ, ਅੱਜ ਪੰਜਾਬ 'ਚ ਐਮਐਸਪੀ ਦਾ ਕਰੀਬ ਬਾਕੀ ਸਾਰੇ ਖਰਚੇ ਪਾ ਕੇ 60-70 ਹਜ਼ਾਰ ਕਰੋੜ ਰੁਪਈਆ ਆਉਂਦਾ ਜ਼ਿਮੀਂਦਾਰਾਂ ਨੂੰ ਦੋਵਾਂ ਫਸਲਾਂ ਦਾ। ਉਹਦੇ ਨਾਲ ਪੰਜਾਬ ਦੀ ਸਾਰੀ ਇਕਨੋਮੀ ਘੁੰਮਣ ਡਈ ਆ, ਉਹਦੇ ਨਾਲ ਆੜ੍ਹਤੀ ਨੂੰ ਪੈਸੇ ਆਉਂਦੇ, ਉਹਦੇ ਨਾਲ ਭਾਂਡਿਆਂ ਵਾਲੇ ਕੋ ਜਾਂਦੇ ਆ, ਕੱਪੜੇ ਵਾਲੇ ਕੋ ਜਾਂਦੇ ਆ, ਕੋਠੀ ਕੋਈ ਬਣਾਉਂਦਾ, ਕੋਈ ਘਰ ਬਾਹਰ ਬਣਾਉਂਦਾ, ਕੋਈ 4 ਕਮਰੇ ਬਣਾ ਲੈਂਦਾ, ਕੋਈ 1 ਕਮਰਾ ਬਣਾਉਂਦਾ, ਕੋਈ ਛੱਤ ਬਦਲਦਾ ਆ, ਉਹਦੇ ਨਾਲ ਸਾਰਾ ਕੁਝ ਚੱਲਣ ਡਿਆ। ਜਦੋਂ ਉਹ ਹੀ ਆਉਣਾ ਬੰਦ ਹੋ ਜਾਊਗਾ ਤੇ ਤੁਸੀਂ ਆਪ ਹਿਸਾਬ ਲਓ ਵੀ ਇਕੱਲਾ ਜ਼ਿਮੀਂਦਾਰ ਨਹੀਂ ਜਾਂਦਾ, ਇਹ ਸਾਰਾ ਨਿਜ਼ਾਮ ਹੀ ਖਤਮ ਹੋਣਾ ਆ। ਇਹ ਮਤ ਸੋਚਣ ਵੀ ਮੈਂ ਕੋਈ ਦੁਕਾਨਦਾਰ ਮੈਂ ਕਹਾਂ ਮੈਨੂੰ ਫਰਕ ਨਹੀਂ ਪੈਣਾ ਜਾਂ ਕਿਸੇ ਹੋਰ ਨੂੰ ਨਹੀਂ ਪੈਣਾ, ਸਭਨਾਂ ਨੂੰ ਫਰਕ ਪੈਣਾ। ਜਦੋਂ ਘਰ 'ਚ ਪੈਸੇ ਹੀ ਨਹੀਂ ਹੋਣੇ ਤੇ ਕਿੱਥੋਂ ਆਉਣੇ ਤੇ ਕਿੰਨੇ ਖਰਚਣੇ ਆ? ਸੋ ਜਿਹੜੀ ਸਰਕਾਰ ਦੀ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਫਰਕ ਨਹੀਂ ਪੈਂਦਾ। ਪਹਿਲੀ ਗੱਲ ਤੇ ਹੈ ਕਿ ਉਹਨਾਂ ਕਦੀ ਖੇਤੀ ਨਹੀਂ ਕੀਤੀ। ਜਿਹੜਾ ਤੋਮਰ ਜੀ ਜਿਹੜੇ ਐਗਰੀਕਲਚਰ ਮਿਨਿਸਟਰ ਆ, ਉਹਨਾਂ ਦੀ ਤੁਸੀਂ ਜਿਹੜੀ ਉਹਨਾਂ ਨੇ ਭਰੇ ਹੁੰਦੇ ਪੇਪਰ ਜਦੋਂ ਇਲੈਕਸ਼ਨ ਲੜਨੀ ਆ, ਉਹਦੇ 'ਚ ਉਹਨਾਂ ਦਾ ਕਦੇ ਹੈ ਹੀ ਨਹੀਂ ਵੀ ਐਗਰੀਕਲਚਰ ਕਿਤੇ ਖੇਤੀ ਉਹਨਾਂ ਕੀਤੀ ਹੋਵੇ। ਜਿਹਨੇ ਖੇਤੀ ਨਹੀਂ ਕੀਤੀ ਉਹ ਖੇਤ ਦਾ ਦਰਦ ਕਿਵੇਂ ਜਾਣ ਸਕਦਾ? ਹੁਣ ਜਿਵੇਂ ਮੈਂ ਮਜ਼ਦੂਰ ਖੇਤੀ ਵੀ ਕੀਤੀ, ਮਜ਼ਦੂਰੀ ਵੀ ਕੀਤੀ, ਆਪਾਂ ਨੂੰ ਹਰ ਚੀਜ਼ ਦਾ ਪਤਾ ਹੈ। ਹੁਣ ਮੈਂ ਕੱਲ ਨੂੰ ਕਹਿ ਦਿਆਂ ਕਿ ਮੈਂ ਇੱਕ ਸੁਨਿਆਰ ਦਾ ਦਰਦ ਜਾਣ ਸਕਦਾ, ਮੈਂ ਨਹੀਂ ਜਾਣ ਸਕਦਾ। ਮੈਂ ਉਹਦੀ ਗੱਲ ਸੁਣ ਕੇ ਆਪਣੇ ਅੰਦਰ ਜ਼ਰੂਰ ਪਾਊਂਗਾ, ਪਰ ਜੇ ਮੈਂ ਕਹਾਂ ਮੈਂ ਕੱਲ ਨੂੰ ਲੁਹਾਰ ਦਾ ਦਰਦ ਜਾਣ ਸਕਦਾ, ਮੈਂ ਨਹੀਂ ਜਾਣ ਸਕਦਾ। ਕਿਉਂਕਿ ਜਿਹੜਾ ਖਿੱਤਾ ਕਿਸੇ ਕੋਲ ਹੈਗਾ ਬੰਦਾ ਉਹਦਾ ਦਰਦ ਜਾਣ ਸਕਦਾ। ਪਰ ਬਹੁਤ ਤਾਤ ਲੋਕਾਂ ਦਾ ਔਰ ਸਾਡੇ ਦੇਸ਼ ਦੀ ਜਿਹੜੀ GDP ਉਹ ਮੈਕਸੀਮਮ ਇਹਦੇ ਤੇ ਆ, ਖੇਤੀ ਦੇ ਉੱਤੇ। ਇਹ GDP 'ਚ ਘੱਟ ਹਿੱਸਾ ਵੀ ਆ, ਪਰ ਜਿਹੜੀ ਲੇਬਰ ਆ 50% ਕਰੀਬ ਦੇਸ਼ ਨੂੰ ਜ਼ਿਮੀਂਦਾਰਾਂ ਕੰਮਾਂ ਤੋਂ ਮਿਲਦੀ ਆ। ਚਾਹੇ ਉਹ ਪੱਲੇਦਾਰਾਂ ਨੂੰ ਕਹਿ ਲਓ, ਚਾਹੇ ਟਰੱਕ ਲਦਾਈ ਨੂੰ ਕਹਿ ਲਓ, ਲੋਹਾ ਢੁਆਈ ਨੂੰ ਕਹਿ ਲਓ, ਸ਼ੈਲਿੰਗ ਨੂੰ ਕਹਿ ਲਓ, ਦੂਜੀਆਂ ਮਿੱਲਾਂ ਨੂੰ ਕਹਿ ਲਓ, ਆਟੇ ਵਾਲੀਆਂ ਮਿੱਲਾਂ ਨੂੰ ਕਹਿ ਲਓ, ਜਾਂ ਜ਼ਿਮੀਂਦਾਰ ਦੇ ਨਾਲ ਤੇਲ ਵਾਲੀਆਂ ਫਸਲਾਂ ਦਾ ਤੇਲ ਵਾਲੀਆਂ ਮਿੱਲਾਂ ਨੂੰ ਕਹਿ ਲਓ, ਦਾਲਾਂ ਨੂੰ ਕਹਿ ਲਓ, ਤਕਰੀਬਨ ਸਾਰੀ ਇਹਦੇ ਆਲੇ ਦੁਆਲੇ ਸਾਰਾ ਕੁਝ ਘੁੰਮਦਾ ਹੈ। ਸੋ ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਸਮਝ ਪੈ ਰਹੀ ਇਹ ਤੇ ਹੁਣ ਉਹਨਾਂ ਦੇ ਗਿਆਨੀ ਕੌਣ ਸੀ, ਕਿੱਥੋਂ ਪੜ੍ਹੇ ਆ, ਕਿਹੜੀਆਂ ਕਿਤਾਬਾਂ ਪੜ੍ਹ ਕੇ ਫੈਸਲੇ ਕਰ ਰਹੇ। ਨਾਲ ਦੀ ਨਾਲ ਕੁਝ ਬਹੁਤੇ ਪੜ੍ਹੇ ਲਿਖੇ ਬੰਦੇ ਜਿਹੜੇ ਆ ਕੇ ਜਿਹੜੇ ਕਹਿੰਦੇ ਆ ਜੀ ਇਹ ਪਾਲਿਸੀਆਂ ਬਣਾਉਂਦੇ, ਪਾਲਿਸੀ ਮੇਕਰ ਜਿਹੜੇ ਆਹ ਸਾਰੀਆਂ ਗਵਰਨਮੈਂਟਾਂ ਚੱਲਦੀਆਂ, ਜਿੱਦਾਂ ਨੀਤੀ ਆਯੋਗ ਕਹਿ ਲਓ, ਠੀਕ ਹੈ ਨੀਤੀ ਆਯੋਗ ਫੈਸਲੇ ਕਰਦਾ, ਬਹੁਤ ਵਧੀਆ ਗੱਲ ਹੈ, ਕੋਈ ਪੜ੍ਹੇ ਲਿਖੇ ਨੇ, ਪਰ ਜਿਹੜੇ ਪ੍ਰੈਕਟੀਕਲ ਫੈਸਲੇ ਨੇ ਉਹ ਜ਼ਮੀਨ ਤੇ ਲਾਗੂ ਨਹੀਂ ਹੈਗੇ। ਪ੍ਰੈਕਟੀਕਲ ਉਹ ਗਲਤ ਕਰ ਰਹੇ ਨੇ। ਸੋ ਇਹ ਕਿਤੇ ਨਾ ਕਿਤੇ ਤਜਰਬਾ, ਕਿਤੇ ਨਾ ਕਿਤੇ ਇਹਨਾਂ ਦੇ ਨਾਲ ਜਿਹੜਾ ਸਮਾਂ ਇਹਨਾਂ ਨਹੀਂ ਬਿਤਾਇਆ ਉਹਦੀ ਘਾਟ ਜਿਹੜੀ ਮਹਿਸੂਸ ਹੋ ਰਹੀ। ਕੋਈ ਇੱਕ ਵੀ ਜਿਹੜੇ ਇਹਦੇ ਫੈਸਲਾ ਕਰਨ ਵਾਲੇ ਨੇ ਉਹ 5 ਕਿੱਲੇ ਫਸਲ ਲੈ ਕੇ ਜਾਂ 4 ਕਿੱਲੇ ਪੈੜੀ ਲੈ ਕੇ ਗੁਜ਼ਾਰਾ ਕਰਕੇ ਤੇ ਵਿਖਾਉਣ, ਫਿਰ ਪਤਾ ਲੱਗਦਾ ਹੈ। ਕਿਸਾਨਾਂ ਨੇ ਸਪੈਸ਼ਲ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਪਾਸੋਂ, ਔਰ ਮੰਗ ਕੀਤੀ ਵੀ ਜਿਹੜੇ ਇਹ ਬਿੱਲ ਨੇ ਇਹ ਵਿਧਾਨ ਸਭਾ ਸੈਸ਼ਨ ਵਿੱਚ ਖਾਰਜ ਕੀਤੇ ਜਾਣ, ਪਰ ਹਜੇ ਤੱਕ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਪੂਰੀ ਨਹੀਂ ਹੋ ਪਾ ਰਹੀ। ਨਹੀਂ ਪੂਰੀ ਨਹੀਂ ਹੋ ਪਾ ਰਹੀ। ਕੱਲ ਤੇ ਜੇ ਅਸੀਂ ਰਾਹੁਲ ਜੀ ਦੇ ਕਿਸਾਨਾਂ ਵਾਸਤੇ ਰਾਹੁਲ ਜੀ ਆਏ ਸੀ, ਜਿਹੜੀ ਕਿਸਾਨ ਯਾਤਰਾ ਕੀਤੀ ਹੈ ਕਿਸਾਨਾਂ ਦੇ ਹੱਕ ਲਈ ਕੀਤੀ ਹੈ। ਰਾਹੁਲ ਜੀ 3 ਦਿਨ ਅਸੀਂ ਮੈਂ ਖੁਦ ਯਾਤਰਾ 'ਚ ਰਿਹਾ, ਖੁਦ ਅਸੀਂ ਟਰੈਕਟਰ ਚਲਾ ਕੇ ਨਾਲ ਕਿਸਾਨ ਦੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉੱਤੋਂ ਫ੍ਰੀ ਹੋਏ ਨੇ, ਹੁਣ ਸੀਐਮ ਸਾਹਿਬ ਨੇ ਉਹ ਕਰਨਾ ਆ। ਕੈਪਟਨ ਸਾਹਿਬ ਦੇਖੋ ਇਹ ਗੱਲ ਬੜੀ ਕਲੀਅਰ ਹੈ। ਸੀਐਮ ਸਾਹਿਬ ਕਹਿੰਦੇ ਮੈਨੂੰ ਪ੍ਰੈਸ਼ਰ ਨਾ ਪਾਇਆ ਜਾਵੇ, ਡੇਟ ਨਾ ਵੀ ਫਿਕਸ ਕੀਤੀ ਜਾਵੇ, ਕਿਉਂਕਿ ਕਿਸਾਨਾਂ ਨੇ ਕਿਹਾ 15 ਤਰੀਕ ਤੱਕ ਕੋਈ ਨਾ ਕੋਈ ਸਪੈਸ਼ਲ ਸੈਸ਼ਨ ਬੁਲਾ ਕੇ ਸਾਡੀ ਉਹਨਾਂ ਦੀ ਜਿਹੜੀ ਡਿਮਾਂਡ ਹੈ ਹੱਲ ਕੀਤੀ ਜਾਵੇ। ਉਹਨਾਂ ਨੇ ਜੇ ਤੇ ਉਹ ਕਹਿਣਗੇ ਮੈਂ ਨਹੀਂ ਬੁਲਾਉਂਦਾ ਫਿਰ ਤੇ ਕੋਈ ਗੱਲ ਕਰੇ। ਜਦੋਂ ਉਹਨਾਂ ਨੂੰ ਕਹਿਤਾ ਬੁਲਾਓ, ਉਹ ਹੁਣ ਉਧਰੋਂ ਕੱਲ ਅਜੇ ਵਿਹਲੇ ਹੋਏ ਆ, 1-2 ਦਿਨ ਦੇ ਵਿੱਚ ਜਿਹੜਾ ਫੈਸਲਾ ਆ ਉਹ ਕਰਕੇ ਇਹਨਾਂ ਨੂੰ ਦੱਸ ਦੇਣਗੇ। ਕੈਬਨਿਟ ਦੀ ਮੀਟਿੰਗ ਆਊਗੀ, ਕੈਬਨਿਟ ਮੀਟਿੰਗ 'ਚ ਵਿਚਾਰ ਵਟਾਂਦਰਾ ਕਰਤੇ ਕਾਰਵਾਈ ਪਾ ਕੇ ਫਿਰ ਹੀ ਹੁੰਦਾ ਹੈ। ਇਹ ਕੋਈ ਮੈਂ ਇਕੱਲਾ ਨਹੀਂ ਫੈਸਲਾ ਕਰਦਾ ਜਾਂ ਸੀਐਮ ਸਾਹਿਬ ਇਕੱਲੇ ਨਹੀਂ ਕਰ ਸਕਦੇ। ਉਹਨਾਂ ਨੇ ਬਕਾਇਦਾ ਸਾਰਾ ਸਿਸਟਮ ਵੇਖ ਕੇ ਕੋਈ ਸੈਸ਼ਨ ਬੁਲਾਉਣਾ ਹੈ ਸਾਰਾ। ਉਹਨਾਂ ਨੂੰ ਟਾਈਮ ਲੱਗਦਾ ਹੈ, 1-2 ਦਿਨਾਂ ਦੇ ਵਿੱਚ, ਮੇਰਾ ਖਿਆਲ 2-4 ਦਿਨ ਦੇ ਵਿੱਚ ਉਹ ਦੱਸ ਦੇਣਗੇ। ਉਹਨਾਂ ਨੇ ਵਾਅਦਾ ਕੀਤਾ ਕਿ ਮੈਂ ਇਹਨੂੰ ਕੈਂਸਲ ਕਰ ਰਿਹਾ, ਔਰ ਰਾਹੁਲ ਗਾਂਧੀ ਜੀ ਕਹਿ ਕੇ ਆਏ ਵੀ ਅਸੀਂ ਜਿੱਥੇ ਵੀ ਸਰਕਾਰਾਂ ਸਾਡੀਆਂ ਨੇ ਅਸੀਂ ਬਕਾਇਦਾ ਦਾ ਵਿਰੋਧ ਕਰਾਂਗੇ। ਔਰ ਇੱਛਾ ਸ਼ਕਤੀ ਜਿਹੜੀ ਆ ਉਹਨਾਂ ਨੇ ਬੜੀ ਕਲੀਅਰ ਆ। ਪੰਜਾਬ ਦੇ ਪਾਣੀਆਂ ਦਾ ਮਸਲਾ ਆ, ਸਾਡੇ ਉਲਟ ਅੰਗੇਸਟ ਆਇਆ ਪੰਜਾਬ ਦੇ, ਉਹਨਾਂ ਨੇ ਰਿਜ਼ਾਈਨ ਕੀਤਾ। ਇੱਥੋਂ MP ਹੁੰਦੇ ਜਿੱਥੋਂ ਮੈਂ ਪਹਿਲੀ ਵਾਰੀ ਮੈਨੂੰ ਬਾਈ ਇਲੈਕਸ਼ਨ ਮਿਲੀ ਆ, ਉਦੋਂ ਰਿਜ਼ਾਈਨ ਉਹਨਾਂ ਕਾਹਦੇ ਕਰਕੇ ਕੀਤਾ ਸੀ?
ਪੰਜਾਬ ਦੇ ਦਰਿਆਵਾਂ ਦਾ ਪਾਣੀਆਂ ਦਾ ਜਿਹੜਾ ਫੈਸਲਾ ਅਗੇਂਸਟ ਆਇਆ ਸੀ ਅੰਮ੍ਰਿਤਸਰ ਦੇ ਪੰਜਾਬ ਦੇ ਹਰਿਆਣੇ ਦੇ ਹੱਕ 'ਚ ਆਇਆ ਸੀ। ਜੇ ਪਾਣੀਆਂ ਦੇ ਮਸਲੇ ਨੂੰ ਵਿਰੋਧ ਦਰਜ ਜਿਹੜਾ ਬਿੱਲ ਪਾਸ ਕੀਤਾ ਕਿ ਅਸੀਂ ਨਹੀਂ ਮੰਨਦੇ, ਰੱਦ ਕੀਤਾ, ਉਹ ਕਿਹਨੇ ਕੀਤਾ? ਕੈਪਟਨ ਅਮਰਿੰਦਰ ਸਿੰਘ ਨੇ। ਹੁਣ ਵੀ ਉਹਨਾਂ ਨੇ ਮਤਾ ਪਹਿਲੋਂ ਲੈਣ ਦਾ ਵਿੱਚ ਪਾ ਕੇ ਵਿਧਾਨ ਸਭਾ 'ਚ ਪਾਤਾ ਵੀ ਅਸੀਂ ਦੀ ਵਿਰੋਧਤਾ ਕਰਾਂਗੇ। ਮਤੇ ਵਾਲੇ ਦਿਨ ਦੂਜੀਆਂ ਸਾਰੀਆਂ ਪਾਰਟੀਆਂ ਗੈਰ ਹਾਜ਼ਰ ਸੀ, ਖਾਸ ਕਰ ਜਿਹੜੇ ਆਪਣੇ ਆਪ ਨੂੰ ਪੰਥਕ ਦੇ ਜਿਹੜੇ ਕਿਸਾਨ ਤੇ ਕਹਿੰਦੇ ਗੈਰ ਹਾਜ਼ਰ ਸੀ। ਕਿਉਂ? ਕਿਉਂਕਿ ਉਦੋਂ ਉਹਦਾ ਪਾਰਟ ਸਨ ਸਰਕਾਰ ਦਾ, ਉਹਨਾਂ ਨੂੰ ਪਤਾ ਇੱਥੇ ਵਿਰੋਧ 'ਚ ਮਤਾ ਪੈਣਾ ਸਰਕਾਰ ਦੇ, ਉੱਥੋਂ ਗੈਰ ਹਾਜ਼ਰ ਹੋਏ। ਮੇਰਾ ਇੱਕ ਸਿਆਸੀ ਸਵਾਲ ਆ, ਨਵਜੋਤ ਸਿੰਘ ਸਿੱਧੂ ਲਗਾਤਾਰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀ ਸਵਾ ਸਾਲ ਤੋਂ। ਹਰੀਸ਼ ਰਾਵਤ ਨੇ ਬੜੀ ਮਨਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਮੋਗੇ ਪਹੁੰਚੇ, ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤੇ ਜੋ ਸੁਖਵੀਰ ਰੰਧਾਵਾ ਨਾਲ ਹੋਇਆ ਉਹ ਤੁਹਾਡੇ ਸਾਹਮਣੇ ਹੀ ਹੈ। ਕੀ ਕਹਿਣਾ ਚਾਹੁੰਦੇ ਹੋ, ਕਿਉਂ ਨਾਰਾਜ਼ ਚੱਲ ਰਹੇ ਨੇ? ਦੇਖੋ ਤੁਸੀਂ ਤਾਂ ਹੁਣ ਸਿੱਧਾ ਹੀ ਕੰਮ ਮੇਰੇ ਨਾਲ ਵੀ ਤੁਸੀਂ ਬੜਾ ਉਹੋ ਜਿਹਾ ਕੰਮ ਕਰਦੇ ਜੇ। ਕਿੱਥੇ ਕਿਸਾਨਾਂ ਦੀ ਗੱਲ ਕਰਦੇ ਕਿੱਥੇ ਸਿਆਸੀ ਸਵਾਲ ਆ। ਸਿਆਸੀ ਉਹ ਮੈਂ ਕਿੱਥੇ ਏਡੇ ਵੱਡੇ ਬੰਦੇ ਦੀ ਗੱਲ ਕਰ ਲੱਗੇ। ਤੁਸੀਂ ਬੜੇ ਵੱਡੇ ਸਿਆਸਤਦਾਨ ਹੋ, ਸੰਸਦ ਹੋ, 25 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ। ਕਰਦਾ ਮੈਂ ਇੱਕ ਸੇਵਾਦਾਰ ਆ, ਮੈਂ ਤੇ ਤੈਨੂੰ ਪਤਾ ਕਿ ਇਹਨਾਂ ਕੰਮ ਦੇਖਦੇ ਹੋ ਪਾਰਟੀ ਨੂੰ ਕਿਸੇ ਇਸ ਤਰ੍ਹਾਂ ਪਾਰਟੀ ਨੂੰ ਛਵੀ ਨੂੰ ਕਿਤੇ ਧੱਕਾ ਲੱਗਦਾ ਹੈ, ਪਾਰਟੀ ਨੂੰ ਕਮਜ਼ੋਰ ਹੁੰਦੀ ਹੈ। ਬਿਲਕੁਲ ਜੀ। ਦੇਖੋ ਪਾਰਟੀ ਇੱਕ ਜਦੋਂ ਕੋਈ ਵੀ ਪਾਰਟੀ ਜਾਂ ਇੱਕ ਪਰਿਵਾਰ ਹੋਵੇ, ਪਰਿਵਾਰ ਹੁੰਦਾ ਪਾਰਟੀ ਇੱਕ। ਪਰਿਵਾਰ ਦੇ ਵਿੱਚ ਜੇ ਘਰ ਦੇ ਅੰਦਰ ਬਹਿ ਕੇ ਕੋਈ ਗੱਲਬਾਤ ਹੋ ਜੇ, ਕੋਈ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ। ਪਿੰਡਾਂ ਵਾਲੇ ਵੀ ਇਹ ਗੱਲ ਨੂੰ ਸਮਝਦੇ ਆ, ਚਾਹੇ ਸ਼ਹਿਰਾਂ 'ਚ ਵੀ ਆ, ਚਾਹੇ ਪਰਿਵਾਰ ਦੇ 10 ਜੀ ਹੋਣ। ਜੇ ਇੱਕ ਬੰਦਾ ਕੋਈ ਉੱਥੋਂ ਬਾਹਰ ਜਾ ਕੇ ਕੋਈ ਗੱਲ ਕਰੇ ਕਿ ਮੈਨੂੰ ਘਰ 'ਚ ਨਿਆਂ ਨਹੀਂ ਮਿਲ ਰਿਹਾ ਜਾਂ ਕੋਈ ਗਲਤ ਹੋ ਰਿਹਾ, ਤੇ ਉਹ ਇਕੱਲੇ ਉਹਦਾ ਤੇ ਚਲੋ ਹੋ ਸਕਦਾ ਉਹਨੂੰ ਸੈਟੀਸਫੈਕਸ਼ਨ ਮਿਲ ਜੇ। ਨਹੀਂ, ਇੱਕ ਕਹਿੰਦੇ ਪਰਿਵਾਰ ਨੂੰ ਇੱਕ ਕਹਾਵਤ ਆ, ਕੁੱਛੜ ਬਹਿ ਕੇ ਦਾੜੀ ਖਿੱਚਣਾ, ਉਹ ਹਿਸਾਬ ਹੋ ਰਿਹਾ। ਮੈਂ ਕਿਹਾ ਜੀ ਪਰਿਵਾਰ ਦਾ ਨੁਕਸਾਨ ਹੁੰਦਾ ਉਹਦੇ ਵਿੱਚ, ਉਹਦੇ 'ਚ ਲੋਕਾਂ 'ਚ ਪਰਿਵਾਰ ਦਾ ਨੁਕਸਾਨ ਹੁੰਦਾ। ਸੋ ਸਿੱਧੂ ਸਾਹਿਬ ਸਿਆਣੇ ਨੇ, ਵੱਡੇ ਸਿਆਸਤਦਾਨ ਨੇ, ਜੇ ਕੋਈ ਗੱਲ ਹੈਗੀ ਬਹਿ ਕੇ ਕਰ ਸਕਦੇ ਨੇ। ਉਹਨਾਂ ਦੇ ਨਾਲ ਦੇਖੋ ਮੇਰਾ ਉਹਨਾਂ ਨਾਲ ਸੋਚ ਨਹੀਂ, ਮੇਰੀ ਹਾਈ ਕਮਾਂਡ ਦੇ ਨਾਲ ਮੇਰੀ ਮੈਚ ਨਹੀਂ ਕਰਦੀ, ਕਿਉਂਕਿ ਮੈਂ ਇੱਕ ਵਰਕਰ ਦਾ ਹਾਂ ਔਰ ਮੈਂ ਇੱਕ ਮੈਂਬਰ ਪਾਲ ਨਹੀਂ, ਮੈਂ ਆਰਗੇਨਾਈਜੇਸ਼ਨ ਦਾ ਹੈਡ ਨਹੀਂ, ਮੈਂ ਕੋਈ ਇਹੋ ਜਿਹੇ ਫੈਸਲੇ ਲੈਣ ਵਾਲਾ ਨਹੀਂ। ਬਾਕੀ ਇਹ ਸਾਰਾ ਕੁਝ ਸਿੱਧੂ ਸਾਹਿਬ ਵੱਡੇ ਲੀਡਰ ਨੇ, ਉਹਨਾਂ ਨੂੰ ਜ਼ਿਆਦਾ ਸਮਝ। ਵੱਡੇ ਲੀਡਰ ਇਹ ਤਾਂ ਨਾ ਕਿਤੇ ਆਪਣੀ ਵੱਖਰੀ ਪਾਰਟੀ ਖੜੀ ਕਰਨਾ ਚਾਹੁੰਦੇ ਹੋਣ ਤਾਂ ਜੋ ਤਾਈਓ ਇੱਥੇ ਕਾਂਗਰਸ 'ਚ ਸੈੱਟ ਨਹੀਂ ਹੋ ਪਾ ਰਹੇ। ਉਹ ਡੈਮੋਕ੍ਰੇਸੀ ਆਜ਼ਾਦ ਆ, ਉਹ ਕੋਈ ਵੀ ਕਰ ਸਕਦਾ ਵੱਖਰੀ ਪਾਰਟੀ, ਉਹ 'ਚ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਇਹ ਉਹਨਾਂ ਦੀ ਸੋਚ ਹੈ ਵੀ ਉਹ ਕੀ ਕਰਨਾ ਚਾਹੁੰਦੇ ਨੇ। ਪਰ ਜਿੱਥੋਂ ਤੱਕ ਪਾਰਟੀ ਦੇ ਅੰਦਰ ਰਹਿ ਕੇ ਜਾਂ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਪਾਰਟੀ ਦੇ ਹਿੱਤਾਂ ਦਾ ਵੇਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਸੋ ਸਿੱਧੂ ਸਾਹਿਬ ਬਹੁਤ ਸਿਆਣੇ ਨੇ, ਉਹ ਮੇਰਾ ਖਿਆਲ ਇਹਦੇ ਜਿਹੜੇ ਕੋਈ ਮਸਲੇ ਨੇ ਹੱਲ ਬਹਿ ਕੇ ਹੋ ਜਾਣਗੇ, ਉਹ ਕਰਨਗੇ ਵੀ। ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਤਿੱਖਾ ਕਰਤਾ, ਹੋਰ ਡੇਟ ਅੱਗੇ ਵਧਾ ਦਿੱਤੀ ਹੈ, ਕਿਉਂਕਿ ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਸੇ ਬਾਰੇ ਕੀ ਕਹੋਗੇ? ਜਿਹਦੇ ਨਿਆਣਿਆਂ ਦੀ ਰੋਜੀ ਰੋਟੀ ਖੋਗੇ, ਕੁਦਰਤੀ ਗੱਲ ਹੈ, ਉਹ ਰੋਸ਼ ਤੇ ਹੋਏਗਾ, ਉਹ ਤਿੱਖਾ ਤੇ ਕਰੇਗਾ। ਕੇਂਦਰ ਸਰਕਾਰ ਨੂੰ ਟਸ ਤੋਂ ਮਸ ਕੀ, ਕੇਂਦਰ ਸਰਕਾਰ ਨੂੰ ਇਹ ਬਦਲਣੇ ਪੈਣਗੇ। ਕਿਉਂਕਿ ਕੇਂਦਰ ਸਰਕਾਰ ਠੀਕ ਆ, ਉਹਨਾਂ ਦੀ ਇੱਕ ਡਿਕਟੇਟਰਸ਼ਿਪ ਵਾਲਾ ਰਵੱਈਆ, ਪਰ ਡਿਕਟੇਟਰਸ਼ਿਪ ਹਰ ਜਗ੍ਹਾ ਨਹੀਂ ਚੱਲਦੀ। ਉਹਨਾਂ ਨੂੰ ਸਮਝ ਲੈਣਾ ਚਾਹੀਦਾ ਪੰਜਾਬ ਉਹ ਆ ਜਿੰਨੇ ਬਹੁਤ ਵੱਡਾ ਸੰਤਾਪ ਭੋਗਿਆ ਆ 1947 ਦੀ ਵੰਡ ਤੋਂ ਲੈ ਕੇ ਤੇ ਪੁਰਾਤਨ ਵੀ। ਜੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਜਿੱਥੇ ਬਾਕੀ ਸੂਬਿਆਂ ਨੇ ਕੁਰਬਾਨੀਆਂ ਦਿੱਤੀਆਂ, ਤੇ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ ਆ। ਚਾਹੇ ਹਰਿਆਣਾ ਵੀ ਪੰਜਾਬ ਸੀ, ਹਿਮਾਚਲ ਵੀ ਪੰਜਾਬ ਸੀ, ਜੰਮੂ ਕਸ਼ਮੀਰ ਦਾ ਵੀ ਕਾਫੀ ਹਿੱਸਾ ਪੰਜਾਬ ਵੀ ਮੰਨਿਆ ਜਾਂਦਾ ਸੀ। ਇਹਨਾਂ ਦਾ ਵੀ ਬੜਾ ਵੱਡਾ ਹਿੱਸਾ ਹੈ, ਕਿੱਥੇ ਅਫਗਾਨਿਸਤਾਨ ਤੱਕ ਪੰਜਾਬ ਲੱਗਦਾ ਸੀ। ਸੋ ਪੰਜਾਬ ਦੀ ਜਿਹੜੀ ਆਵਾਜ਼ ਉੱਠਦੀ ਆ, ਜੇ ਉਹ ਅੰਨ ਪੂਰਾ ਦਿੰਦੇ ਨੇ ਦੇਸ਼ ਨੂੰ, ਦੇਸ਼ ਦਾ ਅੰਨ ਭੰਡਾਰ ਭਰਦੇ ਨੇ, ਦੇਸ਼ ਦੀ ਹਰ ਮੁਸ਼ਕਲ ਦੇ ਵਿੱਚ ਖੜਦੇ ਨੇ, ਇੱਕ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜੇ ਇਹਨਾਂ ਨੂੰ ਦਰਦ ਹੋ ਰਿਹਾ ਤੇ ਇਹਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਤਾਂ ਉਹਦੇ ਡਿਕਟੇਟਰਸ਼ਿਪ ਵਾਲਾ ਜਿਹੜਾ ਉਹਨਾਂ ਦਾ ਇਰਾਦਾ ਪੱਕਾ ਆ, ਉਹਨੂੰ ਤਿਆਗਣਾ ਚਾਹੀਦਾ। ਇਹ ਸਨ ਸੰਸਦ ਗੁਰਜੀਤ ਸਿੰਘ ਔਜਲਾ, ਜਿਹੜੇ ਕਿ ਦਾਣਾ ਮੰਡੀ ਭਗਤਾਂ ਵਾਲੇ ਪਹੁੰਚੇ ਹੋਏ ਨੇ, ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਔਰ ਕਿਸਾਨਾਂ ਤੇ ਜ਼ਿਮੀਂਦਾਰਾਂ ਨਾਲ ਗੱਲਬਾਤ ਵੀ ਕੀਤੀ ਹੈ, ਕਿਉਂਕਿ ਕਾਫੀ ਦਿਨਾਂ ਤੋਂ ਖਰੀਦ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ। ਤੇ ਹੁਣ ਅੱਜ ਇੱਥੇ ਗੁਰਜੀਤ ਸਿੰਘ ਔਜਲਾ ਪਹੁੰਚੇ ਨੇ ਔਰ ਉਹਨਾਂ ਨੇ ਆਖਿਆ ਵੀ ਜਿਹੜੇ ਵੀ ਪ੍ਰਬੰਧ ਕੀਤੇ ਗਏ ਨੇ ਉਸ ਦੀ ਜਾਇਜ਼ਾ ਲੈਣ ਵਾਸਤੇ ਪਹੁੰਚੇ ਨੇ, ਕਿਉਂਕਿ ਲਗਾਤਾਰ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਇੱਥੇ ਟ੍ਰੈਫਿਕ ਜਾਮ ਦੀ ਬੜੀ ਵੱਡੀ ਸਮੱਸਿਆ ਹੈ। ਔਰ ਉਹਨਾਂ ਨੇ ਆਖਿਆ ਵੀ ਇਸ ਆਉਣ ਵਾਲੇ ਸਮੇਂ ਅੰਦਰ ਇਸ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਵੀ ਨਿਪਟਾਇਆ ਜਾਏਗਾ ਔਰ ਜਿਹੜਾ ਇੱਥੇ ਫਾਟਕ ਹੈ ਉੱਥੇ ROB ਬਣਾਉਣ ਦੀ ਤਜਵੀਜ਼ ਜਿਹੜੀ ਹੈ ਉਹਨਾਂ ਨੇ ਦਿੱਤੀ ਹੈ। ਦੂਜੇ ਪਾਸੇ ਉਹਨਾਂ ਨੇ ਆਖਿਆ ਵੀ ਨਵਜੋਤ ਸਿੰਘ ਸਿੱਧੂ ਜਿਹੜੇ ਨਾਰਾਜ਼ਗੀ ਹੈ ਉਹਨਾਂ ਦੀ, ਉਹ ਪਾਰਟੀ ਪਲੇਟਫਾਰਮ ਤੱਕ ਹੋਣੀ ਚਾਹੀਦੀ ਹੈ, ਕਿਤੇ ਵੀ ਸਟੇਜ ਤੇ ਉਹਨਾਂ ਨੂੰ ਆਪਣੀ ਨਾਰਾਜ਼ਗੀ ਜ਼ਾਹਿਰ ਜਿਹੜੀ ਉਹ ਨਹੀਂ ਕਰਨੀ ਚਾਹੀਦੀ, ਜਿਸ ਨਾਲ ਪਾਰਟੀ ਨੂੰ ਘਾਟਾ ਹੁੰਦਾ ਹੈ, ਪਾਰਟੀ ਕਮਜ਼ੋਰ ਹੁੰਦੀ ਹੈ। ਕੈਮਰਾ ਪਰਸਨ ਮੁਕੇਸ਼ ਬਾਵਾ ਨਾਲ ਸਿਕੰਦਰ ਪਸੀਚਾ, दैनिक सवेरा TV, ਅੰਮ੍ਰਿਤਸਰ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित मौलवी बेगम तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।